सतगुरु अमरदास पद बंद रामदास अर्जुन गुरु बर श्री हर गोबिंद हरि राय हर कृष्ण गुर तेग बहादुर चंद दसवें गोबिंद सिंह गुर नमो चरण अरविंद जिसमें है अमृत ज्ञान है मानक भगत वैराग श्री गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार सो कहो टल गुर सेविय अहनस सहज सुभाए दर्शन परसै गुरु कै जन्म मरण दुख जाए। सतनाम श्री वाहिगुरु साहिब दोहरा ध्यान सिंह गुरु शब्द पर कीना सब कर भेजा आसी बैठा पुछया कहो सिखा तू चेत दोहरा ध्यान सिंह गुरु शब्द पर कीना सब कर भेजा। वाहिगुरु जी का खालसा वाहिगुरु जी की फतेह। परम सत्कारयोग सतगुरां दी साजी नवाजी साध संगत जीओ चवर छतर तख्त दे मालक गुरता गद्दी ते शुभाएमान दसां पातशाहियां दी आत्मक जोत धन धन सतगुरु साहिब श्री गुरु ग्रंथ साहिब महाराज सच्चे पातशाह जी दी पावन पवित्र हजूरी अंदर बड़े ही प्यार अदब सत्कार शरधा भावना दे सहित संध्या समय दे सजे हुए दीवाना विच सतगुरां दे पवित्र अस्थान गुरुद्वारा शहीद बाबा निहाल सिंह जी तथा तप अस्थान संत बाबा हरनाम सिंह जी नगर तल्लण जलंधर विखे जुड़ बैठे हो संगत रूप दे विच गरीब नवाज सच्चे पातशाह किरपा कर रहे हैं। संध्या दे दीवान विच नित्ता प्रति दे नेम दे मुताबक गुरु की बाणी दा कीर्तन तथा रहराज साहब दे पाठ होए हन। उपरंत लड़ीवार इतिहास दी कथा दा दीवान सजिया है। सजे हुए दीवान विच बीते कल आप जी ने श्री गुरप्रताप सूरज ग्रंथ दे विच जो भाई सह भाई संतोख सिंह जी चूड़ामणि कवि सिरमौर कवि ने सतगुरां दी बख्शिश दा सदका सतगुरां दा सोहना सुंदर जीवन इतिहास लिखिया है। तिस इतिहास विचों पंजवीं रितु दी पंजवीं रुत दी जो साखी जो अध्याय जो अंसू 15वां सरवण कीता सी। कल 15वें अंसू की 15वें दिहा की समाप्ति हुई है।
ਅੱਜ 16ਵੇਂ ਦਿਹਾੜ ਦੀ ਪ੍ਰਾਰੰਭਤਾ ਹੋਵੇਗੀ। ਸਤਿਗੁਰਾਂ ਦਾ ਸੋਹਣਾ ਇਤਿਹਾਸ ਜੋ ਚੱਲ ਰਿਹਾ ਹੈ ਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਬਾਜਾਂ ਵਾਲੇ ਪ੍ਰੀਤਮ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਵਿਰਾਜ ਰਹੇ ਹੈ ਅਤੇ ਸਤਿਗੁਰੂ ਦੇ ਚਰਨਾਂ ਵਿੱਚ ਜਿੱਥੇ ਬੇਅੰਤ ਗੁਰੂ ਕੀਆਂ ਸੰਗਤਾਂ ਦੂਰ ਦੁਰਾਡਿਆਂ ਤੋਂ ਚੱਲ ਕੇ ਦਰਸ਼ਨਾਂ ਹਿਤ ਪਹੁੰਚ ਰਹੀਆਂ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਕੇ ਆਪੋ ਆਪਣੇ ਮਨਾਂ ਦੀਆਂ ਭਾਵਨਾਵਾਂ ਪੂਰੀਆਂ ਕਰ ਰਹੀਆਂ ਹਨ। ਇਸੇ ਪ੍ਰਕਾਰ ਉਜੈਨ ਤੋਂ ਚੱਲ ਕੇ ਭਾਈ ਵਿਸ਼ੰਬਰ ਦਾਸ ਆਪਣੇ ਪੁੱਤਰ ਹਰਗੋਪਾਲ, ਆਪਣੀ ਘਰਵਾਲੀ ਸਮੁੱਚੇ ਪਰਿਵਾਰ ਦੇ ਸਮੇਤ ਗੁਰੂ ਚਰਨਾਂ ਵਿੱਚ ਪਹੁੰਚਿਆ। ਰਸਤੇ ਵਿੱਚੋਂ ਇਹਨਾਂ ਨੇ ਭਾਈ ਧਿਆਨ ਸਿੰਘ ਚਮਕੌਰ ਸਾਹਿਬ ਦੇ ਨੇੜੇ ਨਗਰ ਮਾਜਰੀ, ਉਸ ਮਾਜਰੀ ਨਗਰ ਤੋਂ ਭਾਈ ਧਿਆਨ ਸਿੰਘ ਜੀ ਨੂੰ ਵੀ ਨਾਲ ਲੈ ਕੇ ਆਂਦਾ ਹੈ ਤੇ ਆਪ ਜੀ ਨੇ ਪਿੱਛੇ ਸੁਣਿਆ ਕਿ ਭਾਈ ਧਿਆਨ ਸਿੰਘ ਉਹ ਸਿੱਖ ਹੈ ਜਿਹਨੂੰ ਵਿਸ਼ੰਬਰ ਦਾਸ ਗੁਰੂ ਘਰ ਦਾ ਜਿਹੜਾ ਅਨੰਦ ਸੇਵਕ ਸੀ, ਇਹਦਾ ਪੁੱਤਰ ਹਰਗੋਪਾਲ, ਜਿਹਦੇ ਮਨ ਵਿੱਚ ਸ਼ਰਧਾ ਪੱਕੀ ਨਹੀਂ ਸੀ, ਦ੍ਰਿੜਤਾ ਨਹੀਂ ਸੀ, ਗੁਰੂ ਕੇ ਬਚਨ ਦੇ ਉੱਤੇ ਸਿਦਕ ਨਹੀਂ ਸੀ, ਭਰੋਸਾ ਨਹੀਂ ਸੀ, ਸਤਿਗੁਰਾਂ ਤੋਂ ਬਖਸ਼ਿਸ਼ ਲੈ ਕੇ ਜਾਂਦਾ ਹੋਇਆ ਆਪਣੇ ਘਰ ਨੂੰ ਵਾਪਸ ਜਾਂਦਾ। ਇੱਕ ਸਰਬਲੋਹ ਦਾ ਕੜਾ ਤੇ ਸਤਿਗੁਰਾਂ ਦਾ ਭਾਵ ਦਾ ਵਚਨ, ਭਾਵਨਾ ਦਾ ਵਚਨ ਇਹ ਭਾਈ ਧਿਆਨ ਸਿੰਘ ਨੂੰ ਹਰਗੋਪਾਲ ਵੇਚ ਗਿਆ ਸੀ। ਸੋ ਇਹ ਭਾਈ ਧਿਆਨ ਸਿੰਘ, ਭਾਈ ਹਰਗੋਪਾਲ, ਭਾਈ ਵਿਸ਼ੰਬਰ ਦਾਸ ਤਥਾ ਇਹਦਾ ਸਮੁੱਚਾ ਪਰਿਵਾਰ ਗੁਰੂ ਚਰਨਾਂ ਵਿੱਚ ਹਾਜ਼ਰ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਮਰਿਆਦਾ ਦੇ ਵਚਨ ਦੱਸੇ। ਦੁਬਾਰਾ ਵਚਨ ਇਹਨਾਂ ਦੀ ਭਾਵਨਾ ਨੂੰ ਦੇਖਦਿਆਂ ਹੋਇਆਂ, ਭਾਵਨਾ ਦਾ, ਪ੍ਰੇਮ ਦਾ, ਸਿਦਕ ਦਾ ਇਹਨਾਂ ਨੂੰ ਬਖਸ਼ਿਸ਼ ਕਰ ਦਿੱਤਾ। ਕੜਾਹ ਪ੍ਰਸ਼ਾਦ ਬਣਾਉਣ ਦੀ ਰੀਤੀ ਮਰਿਆਦਾ ਦੱਸੀ ਗੁਰੂ ਘਰ ਦੀ, ਔਰ ਇਸੇ ਪ੍ਰਕਾਰ ਅਰਦਾਸ ਕਿਵੇਂ ਕਰਵਾਈ ਜਾਵੇ, ਸਾਰੀ ਮਿਤ ਮਰਿਆਦਾ ਅਰਦਾਸੀਆ ਕਿਹੋ ਜਿਹਾ ਹੋਵੇ ਸਤਿਗੁਰਾਂ ਨੇ ਦੱਸੀ। ਅਤੇ 101 ਅਰਦਾਸਾਂ 14ਵੇਂ ਤੇ 15ਵੇਂ ਦਿਹਾੜ ਦੇ ਵਿੱਚ ਜੋ ਕਵੀ ਜੀ ਨੇ ਅੰਕਿਤ ਕੀਤੀਆਂ ਸਤਿਗੁਰਾਂ ਦੇ ਬਚਨਾਂ ਨੂੰ, ਸੋ ਉਹਨਾਂ ਸਾਰੀਆਂ ਅਰਦਾਸਾਂ ਦਾ ਵਿਸਥਾਰ ਪੂਰਵਕ ਆਪਾਂ ਪਿੱਛੇ ਨਿਰਣਾ ਕਰ ਲਿਆ ਹੈ, ਚੰਗੀ ਤਰ੍ਹਾਂ ਪੜ੍ਹ ਲਈਆਂ ਹਨ, ਚੰਗੀ ਤਰ੍ਹਾਂ ਸਾਵਣ ਕਰ ਰਹੀਆਂ ਹਨ। ਇਕੱਲਾ ਇਕੱਲਾ ਸ਼ਬਦ ਖੋਲ੍ਹ ਕੇ ਉਸ ਤੋਂ ਬਾਅਦ ਜਦੋਂ ਸਤਿਗੁਰੂ ਜੀ ਨੇ ਇਹ 101 ਅਰਦਾਸਾਂ ਸਮੁੱਚੀਆਂ ਸੰਗਤਾਂ ਨੂੰ ਭਾਈ ਵਿਸ਼ੰਬਰ ਦਾਸ ਦੇ ਪੁੱਛਣ ਤੋਂ ਦੱਸੀਆਂ ਹਨ, ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੁਝ ਹੋਰ ਮਰਿਆਦਾ ਦੇ ਬਚਨ, ਕੁਝ ਹੋਰ ਗੁਰ ਉਪਦੇਸ਼ ਇਹਨਾਂ ਨੂੰ ਕੀਤਾ। ਸੋ ਇੱਥੋਂ ਤੱਕ ਆਪਾਂ ਗੁਰੂ ਕਾ ਇਤਿਹਾਸ ਸਰਵਣ ਕਰ ਲਿਆ ਸੀ ਕਿ ਜਿਹੜਾ ਸਿੱਖ ਇਹ 101 ਅਰਦਾਸਾਂ ਸ਼ਰਧਾ ਭਾਵਨਾ ਦੇ ਨਾਲ ਕਰੇਗਾ, ਕਰਵਾਏਗਾ, ਆਪਣੇ ਜੀਵਨ ਨੂੰ ਸੱਚਾ ਸੁੱਚਾ ਰੱਖੇਗਾ ਔਰ ਸ਼ੁੱਧ ਆਹਾਰ ਰੱਖੇਗਾ, ਸ਼ੁੱਧ ਵਿਹਾਰ ਰੱਖੇਗਾ, ਆਪਣਾ ਆਚਰਣ ਚੰਗਾ ਰੱਖੇਗਾ, ਖਾਣਾ ਪੀਣਾ ਚੰਗਾ ਰੱਖੇਗਾ, ਸਤਿਗੁਰ ਸੱਚੇ ਪਾਤਸ਼ਾਹ ਉਹਦੇ ਘਰ ਨੂੰ ਧਨ ਦੇ ਨਾਲ ਭਰ ਦੇਣਗੇ, ਮਾਲਾ ਮਾਲ ਕਰ ਦੇਣਗੇ। ਤਥਾ ਉਸ ਸ਼ਰਧਾ ਭਾਵਨਾ ਵਾਲੇ ਸਿੱਖ ਦੇ ਹਿਰਦੇ ਰੂਪੀ ਘਰ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਧਨ ਦੀ ਬਖਸ਼ਿਸ਼ ਕਰਕੇ ਉਹਨੂੰ ਵੱਡਿਆਂ ਭਾਗਾਂ ਵਾਲਾ ਬਣਾ ਦੇਣਗੇ ਔਰ ਉਹਨਾਂ ਦਾ ਇਸ ਸੰਸਾਰ ਦੇ ਉੱਤੇ ਆਇਆ ਹੋਇਆ ਪ੍ਰਵਾਨ ਹੋ ਜਾਏਗਾ, ਕਬੂਲਿਆ ਜਾਏਗਾ, ਉਹ ਜਨਮ ਨੂੰ ਸਫਲਾ ਕਰ ਲੈਣਗੇ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗੜੀ ਸਈ ਇਹ ਆਏ, ਸਫਲ ਤਿਨਾ ਕੇ ਕਾਮਾ। ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਲੋਕ ਪਰਲੋਕ ਸੰਵਾਰ ਦੇਣਗੇ। ਇੱਥੋਂ ਤੱਕ ਆਪਾਂ ਗੁਰ ਇਤਿਹਾਸ ਸਰਵਣ ਕਰ ਚੁੱਕੇ ਹਾਂ। ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ ਇਤਿਹਾਸ ਜਿਵੇਂ ਆ ਰਿਹਾ, ਜਿਵੇਂ ਸਤਿਗੁਰੂ ਜੀ ਦੇ ਬਚਨ ਆ ਰਹੇ ਹਨ, ਆਓ ਬੜੇ ਪਿਆਰ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਜੁੜ ਕੇ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਧਿਆਨ ਸਿੰਘ ਗੁਰ ਸ਼ਬਦ ਪਰ ਦੀਨਾ ਸਭ ਕਰ ਵਿੱਚ
ਹਾਂਜੀ, ਧਿਆਨ ਸਿੰਘ ਜਿਹੜਾ ਸਿੱਖ ਸੀ, ਗੁਰੂ ਦਾ ਸ਼ਰਧਾ ਭਾਵਨਾ ਵਾਲਾ, ਜਿਹਨੇ ਭਾਈ ਹਰਗੋਪਾਲ ਤੋਂ ਗੁਰੂ ਕਾ ਬਚਨ ਖਰੀਦਣ ਦੇ ਵਾਸਤੇ, ਕਿਉਂਕਿ ਪਤਾ ਲੱਗ ਗਿਆ ਸੀ ਕਿ ਇਹਦੇ ਮਨ ਵਿੱਚ ਭਾਵਨਾ ਨਹੀਂ ਹਰਗੋਪਾਲ ਦੇ, ਇਹਨੂੰ ਵਸਤੂ ਬੜੀ ਮਹਿੰਗੀ ਪ੍ਰਾਪਤ ਹੋ ਗਈ ਹੈ, ਬੜਾ ਅਮੋਲਕ ਸਤਿਗੁਰਾਂ ਦਾ ਬਚਨ ਪ੍ਰਾਪਤ ਹੋ ਗਿਆ, ਪਰ ਇਹ ਤਾਂ ਪਛਤਾਵਾ ਕਰ ਰਿਹਾ, ਇਹ ਤਾਂ ਰੋਈ ਪਿੱਟੀ ਜਾ ਰਿਹਾ ਕਿ ਗੁਰੂ ਨੇ ਸਾਡੇ ਤੋਂ 600 ਰੁਪਈਆ ਲੈ ਲਿਆ, 500 ਮੈਂ ਭੇਟਾ ਕੀਤਾ, 100 ਮੇਰਾ ਪਿਤਾ ਭੇਟਾ ਕਰ ਗਿਆ ਸੀ, ਸਾਨੂੰ ਤਾਂ ਘਾਟਾ ਬੜਾ ਪੈ ਗਿਆ। 1 ਮਹੀਨਾ ਗੁਰੂ ਚਰਨਾਂ ਵਿੱਚ ਰਿਹਾ ਤੇ ਗੁਰੂ ਨੇ ਦਿੱਤਾ ਕਿ ਇੱਕ ਆ ਕੜਾ ਦੇ ਦਿੱਤਾ ਲੋਹੇ ਦਾ, ਸਰਬ ਲੋਹ ਦਾ, 4 ਤੋਲਿਆਂ ਦਾ। ਇੱਕ ਆ ਵਚਨ ਕਰ ਦਿੱਤਾ ਕਿ ਗੁਰੂ ਕੇ ਸਿੱਖਾ ਤੇਰੀ ਭਾਵਨਾ ਬਣੀ ਰਹੇ, ਗੁਰੂ ਘਰ ਦੇ ਉੱਤੇ ਪ੍ਰੇਮ ਤੇਰਾ ਗੁਰੂ ਘਰ ਨਾਲ ਬਣਿਆ ਰਹੇ, ਤੇ ਇੱਕ ਆ ਕੜਾਹ ਪ੍ਰਸ਼ਾਦ ਦੀ ਦੇਗ ਦੇ ਦਿੱਤੀ। 1 ਮਹੀਨਾ ਰਹਿ ਕੇ ਵੀ ਗੁਰੂ ਨੇ ਦਿੱਤਾ ਕੀ ਹੈ। ਜਦੋਂ ਇਸ ਤਰ੍ਹਾਂ ਦੇ ਨਾਸਤਿਕਤਾ ਵਾਲੇ ਬਚਨ ਸੁਣੇ ਸਨ ਨਾ, ਭਾਈ ਧਿਆਨ ਸਿੰਘ ਨੇ ਉਸ ਵੇਲੇ ਬੇਨਤੀ ਕੀਤੀ ਕਿ ਭਾਈ ਹਰਗੋਪਾਲ, ਜੇ ਤਾਂ ਤੈਨੂੰ ਗੁਰੂ ਦੇ ਬਚਨਾਂ ਉੱਤੇ ਸ਼ਰਧਾ ਹੈ, ਗੁਰੂ ਦੀਆਂ ਬਖਸ਼ਿਸ਼ਾਂ ਉੱਤੇ ਭਾਵਨਾ, ਫਿਰ ਤਾਂ ਤੂੰ ਆਪਣੇ ਘਰ ਲੈ ਜਾ। ਭਾਵਨਾ ਰੱਖੀ ਦੀ ਹੈ ਗੁਰੂ ਕੇ ਬਚਨਾਂ 'ਤੇ। ਉਹ ਕਹਿੰਦਾ ਮੇਰੀ ਕੋਈ ਭਾਵਨਾ ਨਹੀਂ, ਮੈਨੂੰ ਕੋਈ ਸ਼ਰਧਾ ਨਹੀਂ। ਤੇ ਆਖਿਆ ਭਾਈ ਜੇ ਤੈਨੂੰ ਸ਼ਰਧਾ ਨਹੀਂ ਪਰ ਮੈਨੂੰ ਸ਼ਰਧਾ ਹੈ ਤਾਂ ਤੂੰ ਇਹ ਗੁਰੂ ਕਾ ਬਚਨ ਮੈਨੂੰ ਦੇ ਸਕਦਾ ਹੈ, ਸਤਿਗੁਰਾਂ ਦਾ ਬਖਸ਼ਿਆ ਹੋਇਆ ਕੜਾ ਇਹ ਤੂੰ ਮੈਨੂੰ ਦੇ ਸਕਦਾ ਹੈ, ਤੇ ਤੇਰੇ ਜਿੰਨੇ ਪੈਸੇ ਤੂੰ ਕਹਿਣਾ ਵੀ 600 ਰੁਪਈਆ ਗੁਰੂ ਨੇ ਸਾਡੇ ਤੋਂ ਲੁੱਟ ਲਿਆ, ਤੇਰੀ ਇਹ ਵਰਡਿੰਗ ਹੈ, ਤੇਰੀ ਇਹ ਸ਼ਬਦਾਵਲੀ ਹੈ, ਤਾਂ ਉਹ 600 ਰੁਪਈਆ ਜਿਵੇਂ ਕਿਵੇਂ ਕਰਕੇ ਵੀ ਮੈਂ ਤੈਨੂੰ ਦੇ ਦਿੰਦਾ ਹਾਂ। ਤਾਂ ਹਰਗੋਪਾਲ ਫਿਰ ਇਹ ਭਾਈ ਧਿਆਨ ਸਿੰਘ ਤੋਂ 600 ਰੁਪਈਆ ਲੈ ਗਿਆ ਸੀ, ਤੇ ਭਾਈ ਧਿਆਨ ਸਿੰਘ ਨੇ ਜਿਹੜਾ ਇਹ 600 ਰੁਪਈਆ ਸੀ ਨਾ, ਇਹ ਇਕੱਤਰ ਕਰਨ ਵਾਸਤੇ ਆਪਣੇ ਘਰ ਦੇ ਵਿੱਚ ਜਿੰਨੇ ਇਹਦੀ ਬੇਟੀ ਦੇ, ਇਹਦੀ ਘਰਵਾਲੀ ਦੇ ਗਹਿਣੇ ਸਨ ਉਹ ਵੇਚ ਦਿੱਤੇ ਸਨ, ਘਰ-ਬਾਰ ਵੇਚ ਦਿੱਤਾ ਸੀ। ਉਹ ਸਾਰਾ ਘਰ-ਬਾਰ ਵੇਚ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਲੈ ਲਿਆ ਸੀ, ਸਤਿਗੁਰ ਦਾ ਵਾਕ ਲੈ ਲਿਆ ਸੀ, ਸਤਿਗੁਰ ਦਾ ਬਚਨ ਖਰੀਦ ਲਿਆ ਸੀ। ਤੇ ਕਵੀ ਜੀ ਇੱਥੇ ਅਧਿਆਏ ਦੀ ਆਰੰਭਤਾ ਤੇ ਕਹਿੰਦੇ ਆ, ਧਿਆਨ ਸਿੰਘ ਗੁਰ ਸ਼ਬਦ ਪਰ ਦੀਨਾ ਸਭ ਘਰ ਵੇਚ। ਉਸੇ ਪ੍ਰਸੰਗ ਨੂੰ ਅੱਗੇ ਲੜੀ ਜੋੜ ਰਹੇ ਹੈ। ਕਹਿੰਦੇ ਜਿਹੜਾ ਧਿਆਨ ਸਿੰਘ ਗੁਰੂ ਕਾ ਸਿੱਖ ਸੀ ਨਾ, ਇਹਨੇ ਗੁਰੂ ਸ਼ਬਦ ਦੇ ਉੱਤੇ ਭਰੋਸਾ ਕਰਕੇ ਗੁਰੂ ਸ਼ਬਦ ਨੂੰ ਖਰੀਦਣ ਦੇ ਲਈ, ਗੁਰੂ ਸ਼ਬਦ ਦੀ ਕੀਮਤ ਜਾਣਦਿਆਂ ਹੋਇਆਂ ਆਪਣਾ ਸਭ ਘਰ-ਬਾਰ ਵੇਚ ਦਿੱਤਾ ਸੀ। ਤੇ ਇਹ ਵੀ ਸੰਗਤ ਵਿੱਚ ਜਿਸ ਵੇਲੇ ਸਤਿਗੁਰੂ ਜੀ ਵਿਸ਼ੰਬਰ ਦਾਸ ਨੂੰ 101 ਅਰਦਾਸਾਂ ਦੱਸ ਰਹੇ ਸਨ ਨਾ, ਸੰਗਤ ਵਿੱਚ ਸਜਿਆ ਬੈਠਾ ਸੀ ਕੋਲੇ ਹੀ ਸਤਿਗੁਰ ਦੇ। ਇਹਨੂੰ ਬੈਠਾ ਵੇਖ ਕੇ, ਇਹਨੂੰ ਬੈਠਾ ਤੱਕ ਕੇ ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਦਿਆਂ ਹੋਇਆਂ ਤੇ ਬਚਨ ਕੀਤਾ। ਕਹਿਣ ਲੱਗੇ, ਕਹੋ ਸਿੱਖਾ ਤੂੰ ਚੇਤ। ਕਹਿੰਦੇ ਸਿੱਖਾ ਤੇਰੇ ਚਿੱਤ ਵਿੱਚ ਜੋ ਗੱਲ ਹੈ, ਤੇਰੇ ਚਿੱਤ ਦੇ ਵਿੱਚ, ਤੇਰੇ ਮਨ ਦੇ ਵਿੱਚ ਜੋ ਵਿਚਾਰ ਚੱਲ ਰਹੇ ਆ ਉਹ ਵੀ ਤੂੰ ਕਹਿ ਦੇ। ਜਦੋਂ ਭਾਈ ਧਿਆਨ ਸਿੰਘ ਨੇ ਸਤਿਗੁਰੂ ਜੀ ਦੇ ਬਚਨ ਸੁਣੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਸਤਿਗੁਰਾਂ ਦੇ ਮਿੱਠੇ ਬਚਨ ਸੁਣੇ ਨਾ ਭਾਈ ਧਿਆਨ ਸਿੰਘ ਨੇ, ਤਾਂ ਉਸ ਵੇਲੇ ਇਹ ਭਾਈ ਧਿਆਨ ਸਿੰਘ ਨੇ ਵੀ ਫਿਰ ਬਚਨ ਕੀਤਾ। ਬੜਾ ਰਸਾਲ, ਰਸ ਦਾ ਆਲ, ਆਲਨਾਮਾ ਘਰ ਦਾ, ਜੋ ਰਸ ਦਾ ਘਰ ਭਾਵ ਬਹੁਤ ਰਸੀਲਾ ਬਚਨ, ਬਹੁਤ ਸੁੰਦਰ ਬਚਨ ਜਿਹੜੇ ਸੁਣਨ ਨੂੰ ਲੱਗਣ। ਸਤਿਗੁਰੂ ਦੇ ਚਰਨਾਂ ਵਿੱਚ ਇਉਂ ਬਿਨੈ ਕੀਤੀ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਦੋਂ ਆਪ ਜੀ ਕਿਰਪਾਲ ਹੋਏ ਸੋ, ਆਪ ਜੀ ਕਿਰਪਾ ਦੇ ਘਰ ਵਿੱਚ ਆਏ ਸੀ, ਤਾਂ ਉਸ ਵੇਲੇ ਆਪ ਜੀ ਨੇ ਮੈਨੂੰ ਸਿੱਖੀ ਬਖਸ਼ੀ ਸੀ ਤੇ ਮੇਰੀ ਸਿੱਖੀ ਦ੍ਰਿੜ ਭਈ, ਮੇਰੀ ਸਿੱਖੀ ਪਰਪੱਕ ਰਹੀ ਹੈ। ਮੈਂ ਸਿਦਕ ਦੇ ਉੱਤੇ ਪੂਰਾ ਰਿਹਾ ਆਪ ਜੀ ਦੀ ਕਿਰਪਾ ਸਦਕਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਵਿਸ਼ੰਬਰ ਦਾਸਾ ਠੀਕ ਹੈ, ਗੁਰੂ ਨਾਨਕ ਸਾਹਿਬ ਦੇ ਘਰ ਦੀ ਤੇਰੇ ਉੱਤੇ ਬਹੁਤ ਬਖਸ਼ਿਸ਼ ਹੈ, ਤੂੰ ਬੜਾ ਦ੍ਰਿੜ ਹੈ, ਬੜਾ ਸਿਦਕੀ ਸਿੱਖ ਹੈ, ਬੜਾ ਭਰੋਸੇ ਵਾਲਾ, ਭਾਵਨਾ ਵਾਲਾ ਸਿੱਖ ਹੈ। ਤੇ ਭਾਈ ਧਿਆਨ ਸਿੰਘ ਜੀ, ਸਾਨੂੰ ਉਹ ਵਚਨ ਦੱਸੋ ਜਿਸ ਦਿਨ ਤੁਸੀਂ ਇਹ ਸੌਦਾ ਕੀਤਾ ਸੀ, ਵਚਨ ਖਰੀਦਿਆ ਸੀ ਹਰਗੋਪਾਲ ਤੋਂ, ਉਸ ਦਿਨ ਦੀ ਸਾਰੀ ਵਾਰਤਾ ਦੱਸੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਾਈ ਧਿਆਨ ਸਿੰਘ ਕਹਿਣ ਲੱਗਾ, ਕਹਿੰਦਾ ਮਹਾਰਾਜ ਜਾਂ ਦਿਨ ਸੌਦਾ ਹਮ ਕੀਆ, ਸੁਣੀਏ ਸ੍ਰੀ ਪ੍ਰਭ ਦਿਆਲ।
हे ਗੁਰੂ ਪਰਮੇਸ਼ਰ ਦਿਆਲੂ ਕਿਰਪਾਲੂ ਸਤਿਗੁਰੂ ਜੀਓ, ਜਿਸ ਦਿਨ ਮੈਂ ਇਹ ਸੌਦਾ ਕੀਤਾ, ਭਾਵ ਭਾਈ ਧਿਆਨ ਸਿੰਘ ਤੋਂ ਬਚਨ ਖਰੀਦਿਆ, ਉਸ ਦਿਨ ਦਾ ਸਾਰਾ ਹਾਲ ਬਿਰਤਾਂਤ ਸੁਣੋ ਮੇਰੇ ਪਾਸੋਂ। ਹਰਿ ਗੋਪਾਲ ਵੇਚਤ ਪਇਓ ਮੋਕੋ ਕੀਓ ਨਿਹਾਲ। ਮਹਾਰਾਜ ਸਿੱਖੀ ਤਾਂ ਆਪਨੇ ਪਹਿਲਾਂ ਹੀ ਬੜੀ ਦ੍ਰਿੜਤਾ ਪੂਰਵਕ ਮੈਨੂੰ ਬਖਸ਼ੀ ਹੋਈ ਸੀ, ਪਰ ਜਿਸ ਦਿਨ ਹਰਗੋਪਾਲ ਨੇ ਇਹ ਗੁਰੂ ਕਾ ਬਚਨ ਮੈਨੂੰ ਵੇਚ ਦਿੱਤਾ ਨਾ, ਗੁਰੂ ਕਾ ਬਚਨ ਮੈਨੂੰ ਮਿਲ ਗਿਆ ਬਖਸ਼ਿਸ਼ ਵਜੋਂ, ਸੋ ਸਤਿਗੁਰ ਸੱਚੇ ਪਾਤਸ਼ਾਹ ਉਸ ਦਿਨ ਦਾ ਤਾਂ ਮੈਂ ਨਿਹਾਲੋ ਨਿਹਾਲ ਹੋ ਗਿਆ ਹਾਂ। ਸਪਤ ਦਿਵਸ ਪੀਛੇ ਮੈਂ ਗਇਓ। ਮਹਾਰਾਜ ਜਿਸ ਦਿਨ ਭਾਈ ਹਰਗੋਪਾਲ ਮੈਨੂੰ ਇਹ ਗੁਰੂ ਕਾ ਬਚਨ ਵੇਚ ਗਿਆ, ਮੈਂ ਗੁਰੂ ਕਾ ਬਚਨ ਖਰੀਦ ਲਿਆ, ਉਸ ਤੋਂ 7 ਦਿਨ ਬਾਅਦ ਦੀ ਗੱਲ ਹੈ। ਤੇ 7 ਦਿਨਾਂ ਬਾਅਦ ਇੱਕ ਹਫ਼ਤੇ ਬਾਅਦ ਜਦੋਂ ਮੈਂ ਆਪਣੇ ਖੇਤ ਵਿੱਚ ਗਿਆ, ਤੇ ਖੇਤ ਵਿੱਚ ਜਾ ਕੇ ਜ਼ਮੀਨ ਨੂੰ ਵਾਹੁਣ ਵਾਸਤੇ ਜਦੋਂ ਮੈਂ ਹਲ ਜੋੜਿਆ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਮੈਂ ਵਾਹਣ ਦੇ ਲਈ, ਜ਼ਮੀਨ ਨੂੰ ਵਾਹੁਣ ਦੇ ਲਈ ਪਹਿਲਾਂ ਹੀ ਸਿਆੜ ਕੱਢਿਆ ਸੀ, ਪਹਿਲੀ ਲੀਕ ਧਰਤੀ ਦੇ ਉੱਤੇ ਮਾਰੀ ਸੀ ਹਲ ਦੇ ਨਾਲ, ਉਹਨਾਂ ਨੂੰ ਸਿਆੜ ਕਹਿੰਦੇ ਸੀ ਬਜ਼ੁਰਗ। ਸੋ ਉਹ ਸਿਆੜ ਕੱਢੀ ਦੇ ਆ ਜਦੋਂ ਖੇਤ ਵਾਹੀਦਾ, ਤਾਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਮੈਂ ਹਾਲੇ ਪਹਿਲਾਂ ਹੀ ਸਿਆੜ ਖੇਤ ਨੂੰ ਵਾਹੁਣ ਵਾਸਤੇ ਕੱਢਿਆ, ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਅਸਚਰਜ ਕੌਤਕ ਵਰਤਿਆ ਕਿ ਉਹ ਹਲ ਦੇ ਨਾਲ ਮੈਨੂੰ ਕੁਝ ਖੜਾਕ ਜ਼ਮੀਨ ਵਿੱਚੋਂ ਸੁਣਾਈ ਦਿੱਤਾ। ਉਹ ਜਦੋਂ ਮੈਨੂੰ ਖੜਕਾ ਧੜਕਾ ਜਾਂ ਸੁਣਿਆ ਵੀ ਹਲ ਦੇ ਨਾਲ, ਚੌ ਦੇ ਨਾਲ ਕੁਝ ਲੱਗਿਆ, ਤੇ ਮੈਂ ਖੜਾ ਕੇ ਦੇਖਿਆ ਤਾਂ ਜ਼ਮੀਨ ਨੂੰ ਖੋਦਿਆ ਤਾਂ ਉਹਦੇ ਵਿੱਚੋਂ ਇੱਕ ਘੜਾ ਨਿਕਲ ਆਇਆ। ਘੜੇ ਨੂੰ ਖੋਲ੍ਹਿਆ ਤਾਂ ਵੇਖਿਆ ਉਹਦੇ ਵਿੱਚ ਹਜ਼ਾਰਾਂ ਹੀ ਰੁਪਏ, ਹਜ਼ਾਰਾਂ ਹੀ ਸੋਨੇ ਦੀਆਂ ਮੋਹਰਾਂ ਸਨ। ਸੋ ਸਤਿਗੁਰ ਸੱਚੇ ਪਾਤਸ਼ਾਹ ਇਸ ਪ੍ਰਕਾਰ ਜਦੋਂ ਮੈਂ ਕਾਢਿਓ ਬਾਹਤ ਜਬ ਸਿਆਰ, ਜਦੋਂ ਸਿਆੜ ਕੱਢਿਆ ਜ਼ਮੀਨ ਨੂੰ ਵਾਹੁਣ ਵਾਸਤੇ, ਤਾਂ ਧਨ ਪ੍ਰਾਪਤ ਮੁਝ ਕਈ ਹਜ਼ਾਰ, ਮੈਨੂੰ ਕਈ ਹਜ਼ਾਰ ਰੁਪਈਏ ਧਨ ਉਸ ਜ਼ਮੀਨ ਦੇ ਵਿੱਚੋਂ ਪ੍ਰਾਪਤ ਹੋ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹਿਰਦੇ ਹਰਖਿਓ ਲੀਨ ਖਜ਼ਾਨਾ, ਜਦੋਂ ਮੈਂ ਇਹ ਖਜ਼ਾਨਾ ਪਾ ਲਿਆ, ਜਦੋਂ ਮੈਨੂੰ ਇਹ ਖਜ਼ਾਨਾ ਮਿਲ ਗਿਆ, ਤੇ ਮਹਾਰਾਜ ਮੈਂ ਹਿਰਦੇ ਵਿੱਚ, ਮਨ ਵਿੱਚ ਬੜਾ ਹਰਖਿਓ, ਬੜਾ ਪ੍ਰਸੰਨ ਹੋ ਗਿਆ। ਤੇ ਮਹਾਰਾਜ ਜਦੋਂ ਮੈਨੂੰ ਧਨ ਮਿਲਿਆ ਨਾ, ਬਸ ਨਾਲ ਦੀ ਨਾਲ ਮੇਰੇ ਤਾਂ ਅਰਦਾਸ ਵਿੱਚ ਹੱਥ ਜੁੜ ਗਏ, ਗੁਰੂ ਦੀ ਮਹਿਮਾ ਮੇਰੀ ਜ਼ੁਬਾਨ ਦੇ ਉੱਤੇ ਆ ਗਈ, ਮੇਰਾ ਮਨ ਠਹਿਰਾਨਾ, ਮੇਰਾ ਮਨ ਠਹਿਰ ਗਿਆ ਵੀ ਗੁਰੂ ਦੀ ਵਡਿਆਈ ਦੇਖੋ। ਸਭ ਕੁਝ ਵੇਚ ਵੱਟ ਕੇ ਮੈਂ ਗੁਰੂ ਕਾ ਬਚਨ ਖਰੀਦਿਆ ਸੀ, ਤੇ ਗੁਰੂ ਨੇ ਕਿੱਡੀ ਬਖਸ਼ਿਸ਼ ਕਰ ਦਿੱਤੀ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀਓ ਗੁਰੂ ਦੀ ਮਹਿਮਾ ਦੇ ਵਿੱਚ ਮੇਰਾ ਮਨ ਜੁੜ ਗਿਆ। ਦੇਖੋ ਸਿੱਖਾਂ ਦੀ ਭਾਵਨਾ, ਧਨ ਦੇ ਅੰਬਾਰ ਲੱਗ ਗਏ, ਧਨ ਬਹੁਤਾ ਮਿਲ ਗਿਆ, ਤਾਂ ਇਹ ਨਹੀਂ ਵੀ ਉਹ ਧਨ ਦੇ ਵਿੱਚ, ਉਹ ਪਦਾਰਥ ਦੇ ਵਿੱਚ ਪਰਚ ਗਿਆ, ਨਹੀਂ, ਪਦਾਰਥ ਦੀ ਪ੍ਰਾਪਤੀ ਹੋਈ, ਧਨ ਦੀ ਪ੍ਰਾਪਤੀ ਹੋਈ। ਗੁਰੂ ਕੇ ਸਿੱਖ ਦਾ ਮਨ ਉਹ ਮਾਇਆ ਨੂੰ ਗਿਣਨ ਦੇ ਵਿੱਚ, ਮਾਇਆ ਦੇ ਵਿੱਚ ਨਹੀਂ ਪਰਚਿਆ, ਗੁਰੂ ਕੀ ਮਹਿਮਾ ਵਡਿਆਈ ਦੇ ਵਿੱਚ ਮਨ ਲੱਗ ਗਿਆ, ਉਹਦੇ ਵਿੱਚ ਮਨ ਟਿਕ ਗਿਆ। ਮਨ ਵਿੱਚ ਗੱਟੀਆਂ ਨਹੀਂ ਗਿਣਨ ਲੱਗਿਆ ਕਿ ਮੈਨੂੰ ਇੰਨਾ ਪੈਸਾ ਮਿਲ ਗਿਆ, ਹੁਣ ਮੈਂ ਇਹਦੇ ਨਾਲ ਆਹ ਕਰ ਲੂੰਗਾ, ਹੁਣ ਮੈਂ ਇਹਦੇ ਨਾਲ ਆਹ ਕਾਰੋਬਾਰ ਕਰ ਲੂੰ, ਮੈਂ ਆਹ ਖਰੀਦ ਲੂੰ, ਉਹ ਖਰੀਦ ਲੂੰ। ਨਹੀਂ, ਸਤਿਗੁਰ ਸੱਚੇ ਪਾਤਸ਼ਾਹ ਜੀਓ ਜਿਸ ਵੇਲੇ ਮੈਨੂੰ ਇਹ ਹਜ਼ਾਰਾਂ ਰੁਪਈਏ ਮਿਲੇ, ਉਸ ਵੇਲੇ ਆਪ ਜੀ ਦੀ ਮਹਿਮਾ ਦੇ ਵਿੱਚ, ਵਡਿਆਈ ਵਿੱਚ, ਉਸਤਤ ਵਿੱਚ ਮੇਰਾ ਮਨ ਜੁੜ ਗਿਆ। ਉਸ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਂ ਉਹ ਧਨ ਲੈ ਕੇ ਆਪਣੇ ਘਰ ਆ ਗਿਆ। ਘਰ ਆਇਆ, ਘਰ ਆ ਕੇ ਕੀ ਕੀਤਾ, ਸਤਿਗੁਰੂ ਜੀ ਆਪ ਜੀ ਦੇ ਸ਼ੁਕਰਾਨੇ ਵਜੋਂ ਮੈਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ। ਤੇ ਸ਼ੁਕਰਾਨੇ ਦੀ ਅਰਦਾਸ ਕਰਕੇ ਗੁਰੂ ਕੇ ਸਿੱਖਾਂ ਨੂੰ ਇਹ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ। ਗੁਰੂ ਕਾ ਲੰਗਰ ਲਾਇਆ, ਭੋਜਨ
ਸਿੱਖਾਂ ਨੂੰ ਬੁਲਾਇਆ, ਸੰਗਤਾਂ ਨੂੰ ਬੁਲਾਇਆ ਤੇ ਅਤਿਥਨ ਜਿਹੜੇ ਹੋਰ ਕੋਈ ਲੋੜਵੰਦ ਆ ਗਏ ਸਾਰਿਆਂ ਨੂੰ ਭੋਜਨ ਕਰਾਇਆ, ਲੰਗਰ ਛਕਾਇਆ। ਤੇ ਮਹਾਰਾਜ ਸੱਚੇ ਪਾਤਸ਼ਾਹ ਉਸ ਤੋਂ ਬਾਅਦ ਜਦੋਂ ਮੈਂ ਉਹ ਮਾਇਆ ਵੇਖੀ, ਮੈਨੂੰ ਲੱਗਿਆ ਵੀ ਗੁਰੂ ਨੇ ਬਖਸ਼ਿਸ਼ ਕੀਤੀ ਹੈ ਤੇ ਆਪਣਾ ਸਿੱਖਾਂ ਵਾਲਾ ਫਰਜ਼ ਸਮਝਦਿਆਂ ਹੋਇਆਂ ਉਹਦੇ ਵਿੱਚੋਂ ਮੈਂ 10ਵਾਂ ਹਿੱਸਾ ਆਪ ਜੀ ਦੇ ਚਰਨਾਂ ਵਿੱਚ ਗੁਰਦਰਬਾਰ ਵਿਖੇ ਲੈ ਆਇਆ। ਤੇ ਸਤਿਗੁਰੂ ਜੀ ਗੁਰੂ ਦੇ ਸਨਮੁਖ, ਆਪ ਜੀ ਦੇ ਸਨਮੁਖ ਮੈਂ ਉਹ ਧਨ, ਉਹ ਮਾਇਆ ਲਿਆ ਕੇ ਰੱਖ ਦਿੱਤੀ, ਜਿਹੜਾ ਕਿ ਗੁਰ ਧਨ ਕੀਨ ਬਿਡਾਨਾ, ਜਿਹੜਾ ਬੜੀ ਅਸਚਰਜਤਾ ਦੇ ਨਾਲ, ਬੜੇ ਕੌਤਕ ਦੇ ਨਾਲ ਆਪ ਜੀ ਨੇ ਬਖਸ਼ਿਸ਼ ਕੀਤਾ ਸੀ, ਮੈਨੂੰ ਮਿਲਿਆ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਬੇਨਤੀ ਕੀਤੀ ਸੀ ਕਿ ਤੁਮਰੀ ਵਸਤ ਕਹੋ ਸੋ ਕਰੋ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਇਹਦੇ ਉੱਤੇ ਹੱਕ ਨਹੀਂ ਹੈ, ਇਹ ਮਾਇਆ ਦੇ ਉੱਤੇ, ਇਹ ਤੇ ਤੁਹਾਡੀ ਵਸਤੂ ਹੈ। ਇਹ ਨਹੀਂ ਆਖਿਆ ਕਿ ਇਹ ਤਾਂ ਮੇਰੇ ਖੇਤ ਵਿੱਚੋਂ ਲੱਭੀ ਹੈ, ਇਹਦੇ ਤਾਂ ਮੇਰਾ ਹੱਕ ਬਣਦਾ ਹੈ। ਗੁਰੂ ਦਾ ਇਹਦੇ ਵਿੱਚ ਕੀ ਹੈ? ਭਾਵਨਾ ਗੁਰੂ ਕੇ ਸਿੱਖ ਦੀ ਕਿ ਜੋ ਬਖਸ਼ਿਆ ਸਭ ਗੁਰੂ ਦਾ ਬਖਸ਼ਿਆ ਹੋਇਆ ਹੈ। ਤੇ ਸਾਡੀ ਭਾਵਨਾ ਵੀ ਗੁਰੂ ਪਿਆਰਿਓ ਇਹ ਹੋਣੀ ਚਾਹੀਦੀ ਹੈ ਕਿ ਜਿੰਨੇ ਧਨ ਪਦਾਰਥ, ਪੁੱਤਰ ਧੀਆਂ, ਨੌਕਰੀ ਚਾਕਰੀ, ਮਾਲ, ਵਪਾਰ, ਦੁਕਾਨਦਾਰੀ, ਜੋ ਵੀ ਬਖਸ਼ਿਆ ਹੈ, ਇਹ ਸਰੀਰ ਹੈ, ਇਹ ਸਭ ਕੁਝ ਸਤਿਗੁਰੂ ਦੀ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਹੈ। ਨਹੀਂ, ਅਸੀਂ ਤੇ ਗੁਰੂ ਦਾ ਇਹਦੇ ਉੱਤੇ ਹੱਕ ਹੀ ਕੋਈ ਨਹੀਂ ਸਮਝਦੇ। ਅਸੀਂ ਤਾਂ ਕਹਿੰਦੇ ਸਭ ਕੁਝ ਮੇਰਾ। ਕਹਿਣ ਨੂੰ ਆਪਾਂ ਕਹਿੰਦੇ ਆ ਮਹਾਰਾਜ ਤਨ ਮਨ ਧਨ ਸਭ ਤੇਰਾ, ਪਰ ਅੰਦਰੋਂ ਅੰਦਰ ਹੀ ਕਹਿ ਰਹੇ ਹੁੰਦੇ ਆ ਵੀ ਕਬਜ਼ਾ ਮੇਰਾ। ਕਬਜ਼ਾ ਅਸੀਂ ਆਪਣਾ ਰੱਖਦੇ ਆ। ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈ ਹੈ। ਗੁਰੂ ਕੇ ਸਿੱਖ ਵਾਸਤੇ ਤਾਂ ਬਚਨ ਇਹ ਹੈ ਕਿ ਗੁਰੂ ਕੇ ਬਚਨ ਨੂੰ ਮੰਨੇ, ਗੁਰੂ ਕੇ ਹੁਕਮ ਨੂੰ ਮੰਨੇ, ਤਨ ਮਨ ਧਨ ਸਭ ਗੁਰੂ ਨੂੰ ਅਰਪਣ ਕਰ ਦੇਵੇ। ਪਰ ਅਸੀਂ ਦੁਨਿਆਵੀ ਜੀਵ ਨਹੀਂ ਕਰਦੇ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਸਾਨੂੰ ਦਾਤਾਂ ਪਿਆਰੀਆਂ ਹੋ ਜਾਂਦੀਆਂ, ਉਹਨਾਂ ਦਾਤਾਂ ਦੇ ਦੇਣ ਵਾਲਾ ਜਿਹੜਾ ਦਾਤਾ ਹੈ ਉਹਨੂੰ ਅਸੀਂ ਭੁੱਲ ਜਾਂਦੇ ਹਾਂ। ਜਿਹੜਾ ਉਹਨੇ ਸਰੀਰ ਵੀ ਦਿੱਤਾ ਨਾ, ਅਸੀਂ ਤਾਂ ਉਹਦੇ ਵਾਸਤੇ ਵੀ ਨਾ ਸ਼ੁਕਰੇ ਹੋ ਜਾਂਦੇ ਹਾਂ। ਤੇ ਮਰਨ ਵਿਸਾਰਾ, ਅਸੀਂ ਮਰਨਾ ਹੀ ਵਿਸਾਰ ਦਿੰਦੇ ਹਾਂ। ਦੁਨਿਆਵੀ ਪਦਾਰਥਾਂ ਦੀ ਚਕਾ ਚੌਂਧ ਵਿੱਚ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਸਾਨੂੰ ਮਰਨਾ ਵੀ ਭੁੱਲ ਜਾਂਦਾ ਹੈ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਫਿਰ ਅਸੀਂ ਰੋਗੀ ਹੋ ਜਾਂਦੇ, ਸਰੀਰਕ ਤੌਰ 'ਤੇ ਵੀ ਰੋਗੀ ਤੇ ਮਾਨਸਿਕ ਤੌਰ 'ਤੇ ਵੀ ਅਸੀਂ ਰੋਗੀ ਹੋ ਜਾਂਦੇ ਹਾਂ। ਹਉਮੈ ਦੀਰਘ ਰੋਗ ਹੈ, ਉਹ ਸਾਨੂੰ ਆ ਕੇ ਚਿੰਬੜ ਜਾਂਦਾ ਹੈ। ਤੇ ਹਉਮੈ ਹੰਕਾਰ ਦੇ ਵਿੱਚ ਆ ਕੇ ਅਸੀਂ ਕੀ ਕਹਿੰਦੇ ਆ ਕਿ ਇਹ ਸਭ ਕੁਝ ਮੇਰਾ, ਕਿਸੇ ਦਾ ਨਹੀਂ, ਸਭ ਕੁਝ ਮੇਰਾ। ਮੈਂ ਮੇਰੀ ਦੇ ਵਿੱਚ ਅਸੀਂ ਇੰਨੇ ਉਲਝ ਜਾਂਦੇ ਆ ਕਿ ਸਾਨੂੰ ਗੁਰੂ ਭੁੱਲ ਜਾਂਦਾ, ਗੁਰੂ ਦਾ ਚੇਤਾ ਨਹੀਂ ਰਹਿੰਦਾ। ਪਰ ਦੇਖੋ ਭਾਈ ਧਿਆਨ ਸਿੰਘ ਗੁਰੂ ਕਾ ਸਿੱਖ, ਉਹ ਕੀ ਬਚਨ ਕਰ ਰਿਹਾ ਹੈ? ਕਹਿੰਦਾ ਮਹਾਰਾਜ ਤੁਮਰੀ ਵਸਤ ਕਹੋ ਸੋ ਕਰੋ। ਮਹਾਰਾਜ ਇਹ ਤੁਹਾਡੀ ਵਸਤੂ ਹੈ, ਇਹ ਧਨ ਤੁਹਾਡਾ ਬਖਸ਼ਿਸ਼ ਕੀਤਾ ਹੋਇਆ ਹੈ। ਸੋ ਜਿਵੇਂ ਆਪ ਜੀ ਕਹੋਗੇ ਇਸ ਦੀ ਵਰਤੋਂ ਮੈਂ ਉਸੇ ਪ੍ਰਕਾਰ ਕਰਾਂਗਾ। ਜਿਵੇਂ ਆਪ ਜੀ ਕਰਨ ਨੂੰ ਕਹੋਗੇ ਇਸ ਧਨ ਦਾ ਉਸੇ ਪ੍ਰਕਾਰ ਉਪਯੋਗ ਕਰਾਂਗਾ। ਮਹਾਰਾਜ ਆਪ ਜੀ ਹੁਕਮ ਕਰਕੇ ਦੱਸੋ ਕਿ ਮੈਂ ਇਹਨੂੰ ਖਰਚ ਲਵਾਂ ਜਾਂ ਕਿਸੇ ਜਗ੍ਹਾ ਇਹਨੂੰ ਇਸੇ ਤਰ੍ਹਾਂ ਰੱਖ ਦੇਵਾਂ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਮੇਰਾ ਨਹੀਂ ਹੈ, ਸੌਦਾ ਸਤਿਗੁਰ ਤੇ ਇਹ ਆਇਓ। ਇਹ ਤਾਂ ਸੱਚੇ ਸਤਿਗੁਰੂ ਪਾਤਸ਼ਾਹ ਜੀਓ, ਇਹ ਸਤਿਗੁਰੂ ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਕਲਗੀਆਂ ਵਾਲੇ ਪ੍ਰੀਤਮ ਜੀ ਆਪ ਜੀ ਨੇ ਬਖਸ਼ਿਸ਼ ਕਰਕੇ ਇਹ ਸੌਦਾ ਮੈਨੂੰ ਬਖਸ਼ਿਆ ਹੈ। ਤੇ ਇਹਦੇ ਵਿੱਚੋਂ ਜਿਹੜਾ 10ਵਾਂ ਹਿੱਸਾ ਬਣਦਾ ਉਹ ਮੈਂ ਪਹਿਲਾਂ ਹੀ ਆਪ ਜੀ ਦੇ ਚਰਨਾਂ ਵਿੱਚ ਅਰਪਣ ਕਰ ਚੁੱਕਾ ਹਾਂ।
ਹਾਂ ਮਹਾਰਾਜ, ਮੈਂ 10ਵਾਂ ਹਿੱਸਾ ਰੱਖ ਕੇ ਉਸ ਵੇਲੇ ਮੱਥਾ ਟੇਕ ਗਿਆ ਸੀ, ਨਮਸਕਾਰ ਕਰ ਗਿਆ ਸੀ ਆਪ ਜੀ ਦੇ ਦਰਬਾਰ ਵਿੱਚ। ਉਚਿਤ ਕਰਮ ਮੈਂ ਧਨ ਦੀਏ ਸਭੈ। ਮਹਾਰਾਜ, ਜਿਹੜਾ ਮੇਰੇ ਉਚਿਤ ਕਰਮਾਂ ਦੇ ਵਿੱਚ, ਜਿਹੜਾ ਮੇਰੇ ਕਰਮਾਂ ਦੇ ਵਿੱਚ, ਮੇਰੇ ਲੇਖਾਂ ਦੇ ਵਿੱਚ ਲਿਖਿਆ ਸੀ ਨਾ, ਉਹ ਧਨ ਆਪ ਜੀ ਨੇ ਮੈਨੂੰ ਇਹ ਬਖਸ਼ਿਸ਼ ਕੀਤਾ। ਔਰ ਦੂਸਰਾ ਅਰਥ ਬਣੇਗਾ ਉਚਿਤ ਕਰਮ ਮੈਂ ਧਨ ਦੀਏ ਸਭੈ। ਮਹਾਰਾਜ, ਜਿਹੜਾ ਧਨ ਤੁਸੀਂ ਮੈਨੂੰ ਬਖਸ਼ਿਆ ਸੀ, ਸੋ ਉਹ ਮੈਂ ਉਚਿਤ ਕਰਮਾਂ ਵਿੱਚ, ਭਾਵ ਚੰਗੇ ਕਰਮਾਂ ਵਿੱਚ, ਸ਼ੁਭ ਕਰਮਾਂ ਵਿੱਚ ਉਸ ਧਨ ਨੂੰ ਖਰਚ ਕਰ ਦਿੱਤਾ ਹੈ। ਮਹਾਰਾਜ, ਚਲੋ ਉਹ ਧਨ ਦੀ ਗੱਲ ਤਾਂ ਛੱਡੋ, ਸਾਰਿਆਂ ਤੋਂ ਭਲੀ ਗੱਲ ਤਾਂ, ਚੰਗੀ ਗੱਲ ਤਾਂ ਇਹ ਹੋਈ ਹੈ ਕਿ ਇਹ ਜਿਹੜਾ ਹਰਗੋਪਾਲ ਸਿੱਖ ਸੀ, ਤੁਹਾਡੇ ਤੋਂ ਬੇਮੁਖ ਹੋ ਗਿਆ ਸੀ ਨਾ, ਬਚਨ ਨਾ ਮੰਨਣ ਕਰਕੇ, ਬਚਨ ਵੇਚਣ ਕਰਕੇ ਇਹ ਨਾਸਤਿਕਤਾ ਜੀ ਧਾਰਨ ਕਰੀ ਫਿਰਦਾ ਸੀ। ਭਲੋ ਭਇਓ ਇਹ ਸਿੱਖ ਹੈ ਸਨਮੁਖ। ਚੰਗੀ ਗੱਲ ਇਹ ਹੋਈ ਆ ਮਹਾਰਾਜ, ਇਹ ਸਿੱਖ ਬਣ ਗਿਆ ਤੁਹਾਡੇ ਚਰਨਾਂ ਵਿੱਚ ਆ ਕੇ, ਚਰਨ ਪਾਹਲ ਲੈ ਕੇ, ਤੇ ਤੁਹਾਡੇ ਸਨਮੁਖ ਹੋ ਗਿਆ ਹੈ, ਬੇਮੁਖ ਨਹੀਂ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਆਪਣੀ ਭੁੱਲ ਨੂੰ ਮੰਨਦਿਆਂ ਹੋਇਆ ਆਪ ਜੀ ਦੀ ਚਰਨ ਸ਼ਰਨ ਵਿੱਚ ਆ ਗਿਆ ਹੈ ਇਹ ਗੁਰਮੁਖ ਪਿਆਰਾ। ਇਉਂ ਭਾਈ ਧਿਆਨ ਸਿੰਘ ਤੋਂ ਬਚਨ ਸੁਣ ਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੁਖਾਰਬਿੰਦ ਤੋਂ ਬਚਨ ਫਰਮਾਉਣ ਲੱਗੇ। ਸਤਿਗੁਰੂ ਜੀ ਕਹਿਣ ਲੱਗੇ, ਧਿਆਨ ਸਿੰਘ ਸਿੱਖਾ, ਅਸੀਂ ਤੈਨੂੰ ਬਹੁਤਾ ਸਿਦਕੀ, ਬਹੁਤਾ ਵਿਸ਼ਵਾਸ, ਬਹੁਤੇ ਹੀ ਭਰੋਸੇ ਵਾਲਾ ਪ੍ਰਪੱਕ ਗੁਰਸਿੱਖ ਜਾਣਿਆ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਉਸ ਵੇਲੇ ਭਾਈ ਵਿਸ਼ੰਬਰ ਦਾਸ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ, ਕਹਿੰਦੇ ਵਿਸ਼ੰਬਰ ਦਾਸਾ, ਜਿਹੜੀ ਚੂਕ, ਜਿਹੜੀ ਭੁੱਲ ਭਾਈ ਹਰਗੋਪਾਲ, ਜਿਹੜੀ ਭੁੱਲ ਤੇਰੇ ਤੋਂ ਹੋਈ ਸੀ ਨਾ, ਉਹ ਚੂਕ ਮੂਕ ਸਿੱਖ, ਉਹ ਸਿੱਖਾ ਤੇਰੀ ਚੂਕ ਮੁੱਕ ਗਈ ਹੈ, ਤੇਰੀ ਭੁੱਲ ਖਤਮ ਹੋ ਗਈ ਹੈ, ਭਾਵ ਤੂੰ ਬਖਸ਼ਿਆ ਗਿਆ ਹੈ। ਔਰ ਰੂਕ ਦੁੱਖ, ਜਿਹੜਾ ਤੇਰੇ ਤੇ ਦੁੱਖਾਂ ਦਾ ਪਹਾੜ ਆ ਡਿੱਗਿਆ ਸੀ, ਦੁੱਖ ਵਿਪਤਾ ਗਰੀਬੀ ਤੇਰੇ ਘਰ ਵਿੱਚ ਆ ਗਈ ਸੀ, ਸੋ ਉਹ ਸਾਰੇ ਦੁੱਖਾਂ ਦੇ ਵਿੱਚ ਵੀ ਰੁਕਾਵਟ ਪੈ ਗਈ ਹੈ, ਭਾਵ ਅਸੀਂ ਉਹਨਾਂ ਦੁੱਖਾਂ ਨੂੰ ਖਤਮ ਕਰ ਦਿੱਤਾ ਹੈ, ਰੋਕ ਦਿੱਤਾ ਹੈ। ਤੇ ਵਿਸ਼ਨ ਥਾਨ ਤੋਹੇ ਲੀਨ, ਤੂੰ ਗੁਰੂ ਘਰ ਦੇ ਉੱਤੇ ਸ਼ਰਧਾ ਕਰਕੇ ਗੁਰੂ ਕਾ ਸਿੱਖ ਬਣਿਆ, ਤੇ ਤੂੰ ਵਿਸ਼ਨੂੰ ਦਾ ਥਾਨ ਭਾਵ ਬੈਕੁੰਠ ਸਵਰਗ ਨੂੰ ਤੂੰ ਪ੍ਰਾਪਤ ਹੋ ਗਿਆ, ਸਵਰਗ ਦੀ ਪ੍ਰਾਪਤੀ ਕਰ ਲਈ ਹੈ। ਹਾਂ ਗੁਰੂ ਕੇ ਸਿੱਖਾ, ਤੂੰ ਆ ਕੇ ਗੁਰੂ ਚਰਨਾਂ ਦੇ ਵਿੱਚ ਆ ਕੇ ਗਿਰ ਪੜਿਆ, ਡਿੱਗ ਪਿਆ, ਸ਼ਰਨ ਆ ਗਿਆ, ਸਨਮੁਖ ਆ ਕੇ ਖੜਾ ਹੋ ਗਿਆ, ਇਸ ਕਰਕੇ ਨੁਕਸਾਨ ਨਹੀਂ ਕੋਈ ਹੋਇਆ, ਨਾ ਟੁੱਟਾ, ਤੂੰ ਗੁਰੂ ਘਰ ਤੋਂ ਟੁੱਟਿਆ ਨਹੀਂ, ਨਾ ਹੀਨ, ਨਾ ਤੇਰਾ ਕੁਝ ਨਾਸ਼ ਹੋਇਆ, ਨਾ ਤੇਰੇ ਵਿੱਚ ਕੋਈ ਨਿਊਨਤਾ ਆਈ ਆ, ਕੋਈ ਘਾਟਾ ਪਿਆ ਤੈਨੂੰ। ਸਤਿਗੁਰੂ ਜੀ ਕਹਿੰਦੇ ਆਦਿ ਕਾਲ ਵਿੱਚ, ਆਰੰਭ ਵਿੱਚ, ਜਦੋਂ ਸਿੱਖੀ ਦੀ ਆਰੰਭਤਾ ਹੋਈ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਛਾਪ ਵਾਲੇ, ਸਿੱਖ ਨਾਮ ਵਾਲੇ ਸੇਵਕ ਸਤਿਗੁਰ ਸੱਚੇ ਪਾਤਸ਼ਾਹ ਨੇ ਚਰਨ ਪਾਹੁਲ ਦੇ ਕੇ ਤੇ ਸਿੱਖ ਸਾਜੇ ਸਨ। ਸਤਿਗੁਰੂ ਜੀ ਕਹਿੰਦੇ ਅਸੀਂ ਉਸ ਪ੍ਰਪਾਟੀ ਨੂੰ ਥੋੜਾ ਜਿਹਾ ਬਦਲ ਕੇ, ਚਰਨ ਪਾਹੁਲ ਤੋਂ ਬਦਲ ਕੇ ਹੁਣ ਖੰਡਾ ਪਾਹੁਲ, ਖੰਡੇ ਬਾਟੇ ਦੀ ਪਾਹੁਲ ਦੇ ਵਿੱਚ ਤਬਦੀਲ ਕਰ ਦਿੱਤਾ ਹੈ। ਖੰਡੇ ਕੀ ਪਾਹੁਲ ਗੁਰੂ ਕੀਆਂ ਸੰਗਤਾਂ ਨੂੰ, ਸਿੱਖਾਂ ਨੂੰ ਬਖਸ਼ ਦਿੱਤੀ ਹੈ। ਤੇ ਸਿੰਘਨ ਥਾਪ, ਅਸੀਂ ਸਿੰਘ ਥਾਪ ਦਿੱਤੇ ਆ, ਪਹਿਲਾਂ ਸਿੱਖ ਸਨ, ਅਸੀਂ ਸਿੱਖਾਂ ਤੋਂ ਸਿੰਘ ਬਣਾ ਦਿੱਤੇ ਆ। ਕਾਹਦੇ ਵਾਸਤੇ ਬਣਾਏ? ਕਹਿੰਦੇ ਖੰਡਾ ਪਾਹਲ ਹਤਨ ਕੋ ਤੁਰਕਨ, ਖੰਡੇ ਦੀ ਪਾਹਲ ਦੇ ਕੇ ਸਿੰਘ ਬਣਾ ਦਿੱਤੇ। ਕਾਹਦੇ ਵਾਸਤੇ? ਤੁਰਕਾਂ ਨੂੰ ਹਤਨ ਵਾਸਤੇ, ਜਿਹੜੇ ਜ਼ਾਲਮ ਤੁਰਕ ਹਨ ਉਹਨਾਂ ਦਾ ਨਾਸ਼ ਕਰਨ ਵਾਸਤੇ ਸਿੰਘ ਥਾਪ ਦਿੱਤੇ ਖੰਡੇ ਦੀ ਪਾਹੁਲ ਦੇ ਕੇ। ਸਤਿਗੁਰ ਸੱਚੇ ਪਾਤਸ਼ਾਹ ਫਿਰ ਭਾਈ ਧਿਆਨ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਸਿਦਕੀ ਸਿੱਖ ਹੱਦ ਤੂੰ ਮੇਰਾ।
ਕਹਿੰਦੇ ਭਾਈ ਧਿਆਨ ਸਿੰਘਾ ਤੂੰ ਬੇਹੱਦ ਹੀ ਸਿਦਕ ਵਾਲਾ, ਬਸ ਹੱਦ ਜਿੱਥੇ ਹੱਦ ਹੋ ਜਾਂਦੀ ਹੈ ਨਾ, ਸਿਰਾ ਹੋ ਜਾਂਦਾ ਹੈ। ਕਹਿੰਦੇ ਤੂੰ ਬਸ ਸਿਰੇ ਦਾ ਸਿੱਖ ਹੈ ਮੇਰਾ ਭਾਵਨਾ ਵਾਲਾ। ਤੇਰਾ ਮੇਰੇ ਚਰਨਾਂ ਵਿੱਚ ਬਹੁਤ ਘਨੇਰਾ, ਬਹੁਤ ਘਣਾ, ਬਹੁਤ ਗੂੜਾ ਪਿਆਰ ਹੈ। ਉਸ ਵੇਲੇ ਮੁਖ ਤੋਂ ਮੁਸਕਰਾਉਂਦਿਆਂ ਹੋਇਆਂ ਥੋੜਾ ਜਿਹਾ ਹੱਸ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤਾ। ਧਿਆਨ ਸਿੰਘ ਤੂੰ ਸਾਡਾ ਸਿੱਖ ਹੈ, ਤੇ ਤੇਰੇ ਮਨ ਦੇ ਵਿੱਚ ਜਿਹੜੀ ਵੀ ਇੱਛਾ ਹੈ, ਜਿਹੜੀ ਵੀ ਕਾਮਨਾ ਹੈ, ਜਿਹੜੀ ਵੀ ਭਾਵਨਾ ਹੈ, ਜੋ ਕੁਝ ਵੀ ਤੂੰ ਮੰਗਣਾ ਚਾਹੁੰਦਾ ਹੈ, ਜਿਹੜੀ ਵੀ ਤੇਰੇ ਹਿਰਦੇ ਦੀ ਕੋਈ ਇੱਛਾ ਹੈ ਉਹ ਮੰਗ ਲੈ। ਹੇ ਪਿਆਰੇ ਗੁਰੂ ਕੇ ਸਿੱਖਾ, ਤੂੰ ਪਹਿਲੇ ਹੀ ਸਿਦਕ ਬਚਨ ਦਾ ਬੜਾ ਪ੍ਰੇਮੀ ਹੈ, ਪਹਿਲੇ ਹੀ ਗੁਰੂ ਕੇ ਬਚਨਾਂ ਉੱਤੇ ਬੜਾ ਤੇਰਾ ਭਰੋਸਾ ਹੈ ਤੇ ਗੁਰੂ ਕੇ ਬਚਨਾਂ ਨਾਲ ਪ੍ਰੇਮ ਕਰਨ ਵਾਲਾ ਸਿੱਖ ਹੈ। ਕਲਗੀ ਵਾਲੇ ਪ੍ਰੀਤਮ ਕਲਗੀਧਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਐਸੇ ਪਿਆਰ ਵਾਲੇ ਬਚਨ ਕੰਨੀ ਸੁਣ ਕਰਕੇ ਹੱਥ ਜੋੜ ਕਰਕੇ ਭਾਈ ਧਿਆਨ ਸਿੰਘ ਬੇਨਤੀ ਕਰਨ ਲੱਗਾ। ਕਹਿਣ ਲੱਗਾ, ਹੇ ਸ਼ੁਭਾਏਮਾਨ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਮੇਰੇ ਮਨ ਦੇ ਵਿੱਚ ਇੱਕ ਬਹੁਤ ਵੱਡੀ ਚਿੰਤਾ ਝੋਰਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੇ ਸਿੱਖ ਤੁਹਾਡੇ ਤੋਂ ਬੇਮੁਖ ਹੋ ਜਾਂਦੇ ਆ, ਗੁਰੂ ਘਰ ਦੇ ਨਾਲੋਂ ਟੁੱਟ ਜਾਂਦੇ ਆ, ਜਦੋਂ ਦੁਬਾਰਾ ਆਪ ਜੀ ਉਹਨਾਂ ਦੇ ਉੱਤੇ ਕਿਰਪਾ ਕਰਦੇ ਹੋ, ਉਹਨਾਂ ਦੇ ਮਨ ਨੂੰ ਪ੍ਰੇਰਨਾ ਕਰਦੇ ਹੋ, ਉਦਮ ਮਤ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ, ਜਦੋਂ ਆਪ ਜੀ ਉਹਨਾਂ ਦੇ ਹਿਰਦੇ ਨੂੰ ਪ੍ਰੇਰਨਾ ਕਰਦੇ ਹੋ ਤਾਂ ਉਹ ਫਿਰ ਵਾਪਸ ਆਪ ਜੀ ਦੇ ਦਰ ਘਰ ਵਿਖੇ ਹਾਜ਼ਰ ਹੋ ਜਾਂਦੇ ਆ ਕੇ। ਅਬ ਤੁਮ ਬਖਸ਼ੋ ਆਪਣ ਅਗੇਰੇ, ਤੇ ਮਹਾਰਾਜ ਜਦੋਂ ਤੁਹਾਡੇ ਅੱਗੇ ਉਹ ਆ ਕੇ ਸ਼ਰਨ ਪੈ ਜਾਂਦੇ ਆ ਤੇ ਆਪ ਜੀ ਉਹਨਾਂ ਨੂੰ ਹੁਣ ਬਖਸ਼ ਦਿੰਦੇ ਹੋ। ਮਹਾਰਾਜ ਆਪ ਜੀ ਦੇ ਹੁੰਦਿਆਂ ਸੁਣਦਿਆਂ, ਇਹ ਸਰੀਰ ਦੇ ਵਿੱਚ ਬਿਰਾਜਮਾਨ ਹੁੰਦਿਆਂ, ਜਦੋਂ ਆਪ ਜੀ ਇੰਨੀ ਕਿਰਪਾ ਕਰ ਰਹੇ ਹੋ, ਫਿਰ ਵੀ ਕਈ ਸਿੱਖ ਇਹ ਭਾਈ ਹਰਗੋਪਾਲ ਵਰਗੇ ਬੇਮੁਖ ਹੋ ਜਾਂਦੇ ਆ, ਗੁਰੂ ਕੇ ਬਚਨਾਂ ਤੇ ਭਰੋਸਾ ਨਹੀਂ ਕਰਦੇ, ਇੱਥੋਂ ਤੱਕ ਕਿ ਗੁਰੂ ਕਾ ਬਚਨ ਵੇਚ ਦਿੰਦੇ ਆ। ਤੇ ਮਹਾਰਾਜ ਜੇਕਰ ਆਪ ਜੀ ਦੇ ਸਰੀਰਕ ਰੂਪ ਦੇ ਵਿੱਚ ਹਾਜ਼ਰ ਹੁੰਦਿਆਂ ਇਹ ਸਿੱਖ ਮੁਰਝਾ ਜਾਂਦੇ ਆ, ਕੁਮਲਾ ਜਾਂਦੇ ਆ, ਇਹਨਾਂ ਦੀ ਸ਼ਰਧਾ ਡਗਮਗਾ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਆਪ ਜੀ ਸਰੀਰ ਕਰਕੇ ਇਸ ਦੁਨੀਆ ਵਿੱਚ ਨਹੀਂ ਰਹੋਗੇ, ਇਹ ਜਿਹੜਾ ਤਨ ਰੂਪੀ ਚੋਲਾ ਹੈ ਇਹਨੂੰ ਆਪ ਜੀ ਬਦਲ ਲਵੋਗੇ, ਆਪ ਜੀ ਇਹ ਸੰਸਾਰ ਤੋਂ ਚਲੇ ਜਾਓਗੇ ਦੇਹ ਕਰਕੇ, ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਤੋਂ ਪਿੱਛੋਂ ਫਿਰ ਸਿੱਖਾਂ ਦਾ ਸਿਦਕ ਦ੍ਰਿੜ ਕਿਵੇਂ ਹੋਵੇਗਾ, ਕਿਵੇਂ ਆਪ ਜੀ ਦੇ ਬਚਨਾਂ ਤੇ ਆਪ ਜੀ ਦੀ ਗੁਰਸਿੱਖੀ ਦੇ ਉੱਤੇ ਸਿੱਖਾਂ ਦਾ ਭਰੋਸਾ ਵੱਜਿਆ ਰਹੇਗਾ, ਜਦੋਂ ਕਿ ਆਪ ਜੀ ਦੇ ਹੁੰਦਿਆਂ ਸੁਣਦਿਆਂ ਸਿੱਖ ਤਾਂ ਕਈ ਵਾਰ ਇਸ ਤਰ੍ਹਾਂ ਕਰ ਜਾਂਦੇ ਆ। ਮਹਾਰਾਜ ਆਪ ਜੀ ਦੇ ਪਿੱਛੋਂ ਸਿੱਖਾਂ ਦਾ ਕੀ ਹਾਲ ਹੋਵੇਗਾ, ਇਹ ਮੇਰੇ ਮਨ ਦੇ ਵਿੱਚ ਬੜੀ ਭਾਰੀ ਚਿੰਤਾ ਹੈ। ਮਹਾਰਾਜ ਇਸ ਕਾਰਨ ਕਰਕੇ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਇਹ ਜਾਚਨਾ ਕਰਦਾ, ਬੇਨਤੀ ਕਰਦਾ, ਇਹਦੇ ਬਾਰੇ ਦੱਸੋ। ਤੇ ਮਹਾਰਾਜ ਇੱਕ ਬੇਨਤੀ ਕਰਦਾ ਕਿ ਆਪ ਜੀ ਆਪਣੇ ਸਿੱਖਾਂ ਨੂੰ ਸਿੱਖੀ ਸਿਦਕ ਹੀ ਇੰਨਾ ਬਖਸ਼ਿਸ਼ ਕਰ ਦਿਓ ਕਿ ਉਹ ਕਦੇ ਆਪ ਜੀ ਦੇ ਦਰ ਘਰ ਦੇ ਨਾਲੋਂ ਟੁੱਟਣ ਨਾ। ਆਪ ਜੀ ਆਪਣੇ ਸਿੱਖਾਂ ਨੂੰ ਬਹੁਤਾ ਸਿਦਕ ਬਖਸ਼ ਦਿਓ। ਉਸ ਵੇਲੇ ਹੱਸ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੁਭਾਏਮਾਨ ਸਤਿਗੁਰੂ ਜੀ ਕਹਿਣ ਲੱਗੇ, ਕਹਿੰਦੇ ਹੇ ਭਾਈ ਧਿਆਨ ਸਿੰਘ, ਹੁਣ ਧਿਆਨ ਦੇ ਨਾਲ ਅਗਲਾ ਭਾਣਾ ਸੁਣ ਕੇ ਅਗਲਾ ਭਾਣਾ ਕੀ ਵਰਤਣ ਵਾਲਾ ਹੈ, ਆਉਣ ਵਾਲੇ ਸਮੇਂ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਕੀ ਭਾਣਾ ਹੋਏਗਾ, ਕੀ ਹੁਕਮ ਹੋਵੇਗਾ, ਉਹ ਸੁਣ ਲੈ।
ਕਹਿੰਦੇ ਸਿੰਧ ਨਾਮ ਹੈ ਸਮੁੰਦਰ ਦਾ। ਸਮੁੰਦਰ ਦੇ ਵਿੱਚ ਲਸਣੀਏ, ਮੁਕਤੇ ਤੇ ਹੀਰੇ ਆਦਿਕ ਹੁੰਦੇ ਆ। ਬਹੁਤ ਸਾਰੇ ਜਿਹੜੇ ਕੀਮਤੀ ਪੱਥਰ ਹੁੰਦੇ ਆ ਉਹਨਾਂ ਨੂੰ ਇਹ ਜੌਹਰੀਆਂ ਨੇ, ਪਾਰਖੂਆਂ ਨੇ ਫਿਰ ਇਹ ਨਾਮ ਦੇ ਦਿੱਤੇ ਆ ਅਤੇ ਉਹਨਾਂ ਦੀ ਕੀਮਤ ਬੜੀ ਭਾਰੀ ਹੁੰਦੀ ਹੈ, ਬੜੇ ਮਹਿੰਗੇ ਹੁੰਦੇ ਆ। ਪੱਥਰ ਤਾਂ ਹੋਰ ਵੀ ਬਹੁਤ ਹੁੰਦੇ ਆ ਪਰ ਉਹਨਾਂ ਵਿੱਚੋਂ ਅਵਲ ਕਿਸਮ ਦੇ ਹੁੰਦੇ ਆ ਇਹ, ਅਤੇ ਉਹਨਾਂ ਦੀ ਅਲੱਗ-ਅਲੱਗ ਗਿਣਤੀ ਹੈ, ਅਲੱਗ-ਅਲੱਗ ਕਿਸਮ ਹੈ। ਲਸਣੀਏ ਹੈ, ਮੁਕਤੇ ਹੈ, ਹੀਰੇ ਹੈ। ਸਤਿਗੁਰੂ ਜੀ ਕਹਿੰਦੇ ਸਮੁੰਦਰ ਦੇ ਵਿੱਚ ਇਹ ਸਭ ਹੁੰਦੇ ਹਨ। ਕਹਿੰਦੇ ਜਦੋਂ ਸਮੁੰਦਰ ਵਿੱਚ ਹੁੰਦੇ ਆ ਕੀ ਇਹਨਾਂ ਦੇ ਮੁੱਲ ਵਿੱਚ ਕੋਈ ਕਮੀ ਆਉਂਦੀ ਹੈ? ਇਹ ਤਾਂ ਉਦੋਂ ਵੀ ਉਨੇ ਹੀ ਕੀਮਤੀ ਹੁੰਦੇ ਆ। ਔਰ ਮੋਲਕ ਹੀਰਾ ਜਦੋਂ ਕਿਸੇ ਪਾਰਖੂ ਦੀ ਨਜ਼ਰ ਪੈਂਦੇ ਆ, ਕਿਸੇ ਧਨਾੜ, ਕਿਸੇ ਸ਼ਾਹੂਕਾਰ ਦੇ ਕੋਲ ਇਹ ਜਾਂਦੇ ਆ, ਇਹਨਾਂ ਨੂੰ ਮਹਿੰਗੇ ਮੁੱਲ ਵਿੱਚ ਖਰੀਦ ਲੈਂਦਾ, ਉਦੋਂ ਵੀ ਇਹਨਾਂ ਦਾ ਉਹੀ ਮੁੱਲ ਹੁੰਦਾ। ਇਹਨਾਂ ਦਾ ਮੁੱਲ ਕਿਤੇ ਘਟਦਾ ਥੋੜ੍ਹੀ ਹੈ। ਔਰ ਦੂਸਰਾ ਅਰਥ ਇਸ ਪ੍ਰਕਾਰ ਵੀ ਬਣ ਜਾਏਗਾ ਕਿ ਕਮੀ ਠੌਰ ਮੈਂ, ਜਦੋਂ ਸਮੁੰਦਰ 'ਚ ਹੁੰਦੇ ਆ ਉਦੋਂ ਇਹਨਾਂ ਦਾ ਮੁੱਲ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ, ਪਰ ਜਦੋਂ ਜੌਹਰੀ ਦੀ ਪਾਰਖੂ ਦੀ ਨਜ਼ਰ ਚੜ੍ਹਦੇ ਆ, ਮੋਲਕ ਹੀਰਾ, ਉਦੋਂ ਇਹਨਾਂ ਦਾ ਬਹੁਤ ਵੱਡਾ ਮੁੱਲ ਪੈਂਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਮੇਰੇ ਤੋਂ ਬਾਅਦ, ਮੇਰੇ ਤੋਂ ਪਿੱਛੋਂ ਮੇਰੇ ਸਿੱਖ ਬੜੇ ਸਿਦਕੀ ਹੋਣਗੇ। ਮੇਰੇ ਤੋਂ ਬਾਅਦ ਜਿਹੜੇ ਸਿੱਖ ਹੋਣਗੇ ਨਾ, ਉਹਨਾਂ ਦੀ ਚਿੰਤਾ ਨਾ ਕਰ, ਉਹਨਾਂ ਦਾ ਫਿਕਰ ਨਾ ਕਰਕੇ ਕੀ ਬਣੇਗਾ ਸਿੱਖਾਂ ਦਾ ਜਾਂ ਸਿੱਖੀ ਦਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬਹੁਤ ਸਿਦਕ ਸਿੱਖੀ ਹੋਣਗੇ। ਭਾਵ ਜੇ ਮੇਰੇ ਹੁੰਦਿਆਂ ਸਿੱਖ ਸਿਦਕ ਦੇ ਵਿੱਚ ਪੂਰੇ ਹੈ, ਜੇ ਇਹਨਾਂ ਦਾ ਮੁੱਲ ਹੁਣ ਉਹਨਾਂ ਹੀਰੇ ਲਸਣੀਆਂ ਦੀ ਤਰ੍ਹਾਂ, ਮੁਕਤਿਆਂ ਦੀ ਤਰ੍ਹਾਂ ਹੈ, ਅਤੇ ਜਦੋਂ ਮੇਰੇ ਤੋਂ ਬਾਅਦ ਗੁਰੂ ਰੂਪੀ ਸਮੁੰਦਰ 'ਚੋਂ ਇਹ ਬਾਹਰ ਹੋਣਗੇ, ਮੇਰੇ ਤੋਂ ਬਾਅਦ ਜਦੋਂ ਇਹ ਸੰਸਾਰ ਵਿੱਚ ਵਿਚਰਨਗੇ, ਉਦੋਂ ਵੀ ਇਹਨਾਂ ਦੀ ਕੀਮਤ ਇੰਨੀ ਹੋਈ ਹੋਵੇਗੀ, ਉਦੋਂ ਵੀ ਇਹਨਾਂ ਦਾ ਮੁੱਲ ਇੰਨਾ ਹੀ ਹੋਵੇਗਾ। ਜਿਵੇਂ ਸਮੁੰਦਰ ਵਿੱਚ ਪਿਆਂ ਦਾ ਮੁੱਲ ਘੱਟ ਹੈ, ਜਦੋਂ ਬਾਹਰ ਆਉਂਦੇ ਆ ਪ੍ਰਗਟ ਜ਼ਾਹਰਾ ਤੌਰ ਦੇ ਉੱਤੇ ਪ੍ਰਤੱਖ ਸਾਹਮਣੇ ਆਉਂਦੇ ਆ, ਉਹਨਾਂ ਦਾ ਮੁੱਲ ਬਹੁਤ ਪੈਂਦਾ। ਕਹਿੰਦੇ ਹੁਣ ਮੇਰੇ ਕਰਕੇ ਇਹਨਾਂ ਸਿੱਖਾਂ ਦਾ ਪ੍ਰਭਾਵ ਘੱਟ ਹੈ, ਅਤੇ ਜਦੋਂ ਮੇਰੇ ਤੋਂ ਬਾਅਦ ਇਹ ਸਿੱਖ ਸਿੱਖੀ ਕਮਾਉਣਗੇ ਤਾਂ ਇਹ ਬਹੁਤਾ ਸਿਦਕ ਕਮਾਉਣ ਵਾਲੇ ਹੋਣਗੇ। ਤੇ ਕਹਿੰਦੇ ਕੋਈ ਇੱਕ ਅੱਧਾ ਨਹੀਂ ਸਿਦਕ ਵਾਲਾ, ਸਤਿਗੁਰੂ ਜੀ ਕਹਿੰਦੇ ਲੱਖੋਂ ਹੋਵੇ, ਲੱਖਾਂ ਸਿਦਕੀ ਸਿੱਖ ਹੋਣਗੇ। ਔਰ ਵਧੇ ਵਧੇਰੇ, ਬਹੁਤ ਜ਼ਿਆਦਾ ਤੋਂ ਜ਼ਿਆਦਾ ਇਹ ਵੱਧਦੇ ਜਾਣਗੇ। ਹਮਰੀ ਤਨ ਕੀ ਸੂਰ ਗਤ ਅਸਤ ਰਾਤ ਹੋਏ ਜਾਏ। ਅਸਤ ਨਾਮ ਹੈ ਛਿਪਣ ਦਾ, ਜਦੋਂ ਸੂਰਜ ਛਿਪ ਜਾਂਦਾ ਹੈ, ਜਦੋਂ ਸੂਰਜ ਅਸਤ ਹੋ ਜਾਂਦਾ ਹੈ, ਆਥਣ ਹੋ ਜਾਂਦਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਸੂਰਜ ਦਿਨ ਨੂੰ ਚਮਕਦਾ ਹੈ ਅਤੇ ਰਾਤ ਦੇ ਸਮੇਂ, ਸ਼ਾਮ ਦੇ ਸਮੇਂ ਅਸਤ ਹੋ ਜਾਂਦਾ ਹੈ, ਛੁਪ ਜਾਂਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਸਾਡੇ ਸਰੀਰ ਦੀ ਗਤੀ ਜਾਣੋ, ਸਾਡੇ ਸਰੀਰ ਦੀ ਵੀ ਰੀਤੀ ਨੂੰ ਇਸ ਪ੍ਰਕਾਰ ਕਰਕੇ ਜਾਣਨਾ ਕਰੋ ਕਿ ਅਸੀਂ ਸੂਰਜ ਦੀ ਤਰ੍ਹਾਂ ਹਾਂ। ਜਿਵੇਂ ਸੂਰਜ ਛੁਪ ਜਾਂਦਾ ਜਦੋਂ ਅਸੀਂ ਸਰੀਰ ਕਰਕੇ ਨਾ ਰਹੇ। ਹਾਂ, ਜਦੋਂ ਸੂਰਜ ਛਿਪ ਜਾਂਦਾ, ਰਾਤ ਹੋ ਜਾਂਦੀ ਹੈ ਅਤੇ ਦੁਨੀਆ ਦੇ ਲੋਕ ਘੂਕ ਉੱਠਤ, ਉਹ ਫਿਰ ਘੂਕ ਸੌ ਜਾਂਦੇ ਹੈ। ਅਤੇ ਉੱਠਤ ਜਗ ਮੈਂ ਲਸਤ, ਅਤੇ ਜਦੋਂ ਸੂਰਜ ਛਿਪ ਜਾਂਦਾ ਦੁਨੀਆ ਦੇ ਲੋਕ ਤਾਂ ਸੌ ਜਾਂਦੇ ਆ ਘੂਕ ਨਿੰਦਰਾ ਦੇ ਵਿੱਚ, ਪਰ ਉਸ ਵੇਲੇ ਜਿਹੜੇ ਤਾਰੇ ਹੈ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਲਸ-ਲਸ ਕਰਨ ਲੱਗ ਪੈਂਦੇ ਆ, ਲਿਸ਼ਕਣ ਲੱਗ ਪੈਂਦੇ ਆ, ਤਾਰਿਆਂ ਦਾ ਪ੍ਰਕਾਸ਼ ਹੋਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਕਹਿੰਦੇ ਜਦੋਂ ਗੁਰੂ ਰੂਪੀ ਸੂਰਜ ਇਹਨਾਂ ਦੇ ਕੋਲ ਨਾ ਰਿਹਾ, ਰਾਤ ਪੈ ਗਈ, ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਸਿੱਖ ਜਿਹੜੇ ਆ ਨਾ, ਮੇਰੇ ਸਿੰਘ ਹੈ, ਇਹ ਤਾਰਿਆਂ ਦੀ ਤਰ੍ਹਾਂ ਰੌਸ਼ਨੀ ਦੇਣਗੇ, ਚਾਨਣ ਮੁਨਾਰਾ ਬਣਨਗੇ, ਚਮਕ ਆਵੇਗੀ ਗੁਰਸਿੱਖੀ ਦੀ ਇਹਨਾਂ ਵਿੱਚ ਸਿਦਕ ਦੀ। ਹਾਂ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਆਪਣੇ ਸਿੱਖਾਂ ਨੂੰ ਸਿਦਕ ਦੀਆਂ ਬਿਭਤਾ ਦਈ। ਮੈਂ ਆਪਣੇ ਸਿੱਖਾਂ ਨੂੰ ਨਾ ਸਿਦਕ ਵੀ ਦਿੱਤਾ ਹੈ, ਭਰੋਸਾ ਵੀ ਦਿੱਤਾ ਹੈ, ਇਹਨਾਂ ਨੂੰ ਧਰਮ ਦੇ ਉੱਤੇ ਅਟਲ ਰਹਿਣ ਦੀ ਸਿੱਖਿਆ ਦਿੱਤੀ ਹੈ, ਔਰ ਬਿਭਤਾ ਇਹਨਾਂ ਨੂੰ ਵਿਭੂਤੀ ਪਦਾਰਥ ਦਿੱਤਾ, ਸੰਪਦਾ ਬਖਸ਼ਿਸ਼ ਕੀਤੀ ਹੈ। ਸੋ ਵਿਦਿਆ ਦੀਨੀ ਪੂਰ, ਇਹਨਾਂ ਵਿੱਚ ਮੈਂ ਵਿਦਿਆ ਵੀ ਕੁੱਟ-ਕੁੱਟ ਕੇ ਭਰ ਦਿੱਤੀ ਹੈ, ਪੂਰ ਦਿੱਤੀ ਹੈ ਇਹਨਾਂ ਵਿੱਚ ਵਿਦਿਆ। ਔਰ ਪੂਰਨ ਸੰਪੂਰਨ ਮਨੁੱਖ ਵਾਲੀ
ਸੰਪੂਰਨ ਮਨੁੱਖ ਦੇ ਨਿਸ਼ਾਨੇ ਤੱਕ ਪਹੁੰਚਣ ਵਾਲੀ, ਖਾਲਸਾ ਬਣਨ ਵਾਲੀ ਇਹਨਾਂ ਨੂੰ ਮੈਂ ਵਿੱਦਿਆ ਬਖਸ਼ਿਸ਼ ਕਰ ਦਿੱਤੀ ਹੈ। ਹਾਂ, ਜਿਹੜਾ ਵੀ ਮੇਰਾ ਸਿੱਖ, ਮੇਰਾ ਸਿੰਘ ਸੱਜ ਕੇ ਅੰਮ੍ਰਿਤ ਛਕ ਕੇ ਤੇ ਵਾਹਿਗੁਰੂ ਪਰਮੇਸ਼ਰ ਦਾ ਮੇਰਾ ਨਾਮ ਰਟੇਗਾ, ਗੁਰੂ ਗੁਰੂ ਜਪੇਗਾ, ਤੇਜ ਵੱਧ, ਕਹਿੰਦੇ ਉਹਦਾ ਤੇਜ ਪ੍ਰਤਾਪ ਬਹੁਤ ਵੱਧ ਜਾਵੇਗਾ। ਬੈਠਤ ਮਤ ਹੋ ਮੂਰ, ਜਿਹੜਾ ਮੂਰ ਹੈ, ਮੂਲ ਹੈ, ਜੜ ਹੈ, ਮੂੜਾ ਹੈ, ਮੂਰਖ ਹੈ ਬਿਲਕੁਲ ਹੀ, ਜਿਹਨੂੰ ਕੁਝ ਪਤਾ ਹੀ ਨਹੀਂ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਬਹੁਤ ਸਿਆਣਾ ਹੋ ਕੇ ਬੈਠੇਗਾ। ਹੂਰ ਨਾਮ ਹੈ ਕਾਇਰ ਦਾ, ਤੇ ਜਿਹੜਾ ਕੋਈ ਕਾਇਰ ਵੀ ਹੋਵੇਗਾ, ਡਰਪੋਕ ਗੀਦੀ ਜਾ ਵੀ ਹੋਵੇਗਾ ਨਾ, ਜਦੋਂ ਅੰਮ੍ਰਿਤ ਛਕ ਲਵੇਗਾ, ਮੇਰਾ ਸਿੰਘ ਸੱਜ ਜਾਵੇਗਾ, ਗੁਰੂ ਦੀ ਸਿੱਖਿਆ ਉੱਤੇ ਚੱਲੇਗਾ, ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸੂਰ ਹੂਰ, ਉਸ ਕਾਇਰ ਨੂੰ ਵੀ ਅਸੀਂ ਸੂਰਮਾ ਬਣਾ ਦੇਵਾਂਗੇ। ਅਸੀਂ ਐਸਾ ਅੰਮ੍ਰਿਤ ਬਖਸ਼ਿਆ ਜਿਹੜਾ ਕਾਇਰਾਂ ਨੂੰ ਸੂਰਮੇ ਬਣਾ ਦਿੰਦਾ ਹੈ। ਸਭ ਕੂੜ ਤਜ, ਸਭ ਪ੍ਰਕਾਰ ਦਾ ਕੂੜ ਝੂਠ ਇਹ ਤਜ ਦੇਣਗੇ, ਔਰ ਕੂੜਾ ਜਾਣ ਕੇ ਇਸ ਸੰਸਾਰ ਨੂੰ ਤਿਆਗ ਦੇਣਗੇ। ਦੁਰ ਦੁਰ ਭੂਵਨ ਮਾਹੇ, ਸਾਰੀ ਭੂਮੀ ਦੇ ਉੱਤੇ, ਸਾਰੇ ਬਨਾਂ ਦੇ ਵਿੱਚ ਦੂਰ ਦੂਰ ਤੱਕ ਇਹਨਾਂ ਦੀ ਸ਼ੋਭਾ ਫੈਲ ਜਾਏਗੀ। ਔਰ ਦੂਰ ਨਾਮ ਫਾਰਸੀ ਦੇ ਵਿੱਚ ਮੋਤੀ ਦਾ ਵੀ ਹੈ। ਸੋ ਮੋਤੀਆਂ ਦੀ ਤਰ੍ਹਾਂ ਇਹਨਾਂ ਦੀ ਚਮਕ ਬਣੇਗੀ, ਮੋਤੀਆਂ ਦੀ ਤਰ੍ਹਾਂ ਇਹਨਾਂ ਦਾ ਮੁੱਲ ਪਵੇਗਾ। ਦੁਰ ਦੁਰ ਭੂਵਨ ਮਾਹੇ, ਤੇ ਜਿਹੜੇ ਦੁਸ਼ਮਣ ਹੈ ਨਾ, ਇਹਨਾਂ ਤੋਂ ਦੁਰ ਦੁਰ ਕੇ ਛੁਪ ਛੁਪ ਕੇ ਜੰਗਲਾਂ ਦੇ ਵਿੱਚ ਲੁਕਣਗੇ ਤੁਰਕ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਕੋਲ ਜੋ ਕੁਝ ਸੀ ਮਮ ਪਾਹੇ, ਜਿਹੜਾ ਮੇਰੇ ਪਾਸ ਸੀ ਨਾ, ਮੈਂ ਇਹਨਾਂ ਨੂੰ ਸਭ ਕੁਝ ਬਖਸ਼ ਦਿੱਤਾ। ਕੀ ਕੁਝ ਬਖਸ਼ਿਆ? ਸਤਿਗੁਰ ਕਹਿੰਦੇ ਰਾਜ ਬਖਸ਼ ਦਿੱਤਾ ਹੈ। ਰਾਜ, ਬਾਜ, ਬਾਜੀ ਨਾਮ ਹੈ ਘੋੜੇ ਦਾ, ਘੋੜੇ ਬਖਸ਼ ਦਿੱਤੇ ਆ ਇਹਨਾਂ ਨੂੰ, ਗਾਜ ਹਾਥੀ ਬਖਸ਼ਿਸ਼ ਕਰ ਦਿੱਤੇ ਹੈ, ਤੇ ਸਾਜ, ਸਭ ਸਾਜੋ ਸਮਾਨ, ਸਭ ਪ੍ਰਕਾਰ ਦੀ ਸੰਪਦਾ ਮੈਂ ਆਪਣੇ ਗੁਰੂ ਕੇ ਸਿੱਖਾਂ ਨੂੰ ਮਾਲ ਧਨ ਦੀ। ਸੋ ਇਸੇ ਪ੍ਰਕਾਰ ਇਹ ਜਿਹੜੀ ਧਨ ਦੀ ਸੰਪਦਾ ਇਤਿਆਦਿਕ ਮੈਂ ਸਭ ਕੁਝ ਸਿਦਕ ਦੇ ਸਮੇਤ ਗੁਰੂ ਕੇ ਸਿੱਖਾਂ ਨੂੰ ਬਖਸ਼ਿਸ਼ ਕਰ ਦਿੱਤਾ ਜੋ ਮੇਰੇ ਕੋਲ ਸੀ। ਇਸ ਪ੍ਰਕਾਰ ਬਚਨ ਕਰਕੇ ਜਗਤ ਦੇ ਸੁਆਮੀ, ਸੰਸਾਰ ਦੇ ਮਾਲਕ ਸਤਿਗੁਰੂ ਸਤਿਗੁਰੂ ਜੀ ਆਪਣੇ ਸੁਖ ਆਸਣ ਅਸਥਾਨ ਦੇ ਉੱਤੇ ਚਲੇ ਗਏ। ਖਾਣ ਪਾਣ ਕਰਕੇ, ਭੋਜਨ ਪ੍ਰਸ਼ਾਦਾ ਲੰਗਰ ਛਕ ਕੇ ਇਸ ਪ੍ਰਕਾਰ ਰਾਤ ਬਤੀਤ ਕੀਤੀ। ਸਵੇਰ ਦਾ ਵੇਲਾ ਹੋਇਆ, ਪ੍ਰਾਤਹ ਕਾਲ ਹੋਈ, ਤੇ ਸਤਿਗੁਰ ਸੱਚੇ ਪਾਤਸ਼ਾਹ ਮੁੜ ਕੇ ਆ ਕੇ ਦੀਵਾਨ ਵਿੱਚ, ਸਭਾ ਵਿੱਚ ਸੱਜ ਕੇ ਬੈਠ ਗਏ। ਸੋ ਇੱਥੇ ਹੀ ਆਪਾਂ ਅੱਜ ਵਿਸ਼ਰਾਮ ਦਿੰਦੇ ਹਾਂ, ਕਿਉਂਕਿ ਸਮਾਪਤੀ ਦਾ ਸਮਾਂ ਹੋ ਚੁੱਕਿਆ ਹੈ। ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਭਾਈ ਧਿਆਨ ਸਿੰਘ ਦੇ ਨਾਲ ਤਥਾ ਭਾਈ ਵਿਸ਼ੰਬਰ ਦਾਸ ਦੇ ਨਾਲ ਜੋ ਬਚਨ ਕਰਨਗੇ, ਜੋ ਇਸ਼ਨਾਨ ਦਾ ਫਲ ਦੱਸਣਗੇ, ਸੋ ਆਪਾਂ ਕੱਲ੍ਹ ਦੇ ਅਧਿਆਇ ਦੇ ਵਿੱਚ ਸਰਵਣ ਕਰਾਂਗੇ। ਕਥਾ ਵਿਚਾਰ ਦੌਰਾਨ ਹੋ ਜਾ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ ਜੀ। ਆਓ ਸਮਾਪਤੀ ਦੀਆਂ ਦੋ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ। ਦੇਹੋ ਸੱਜਣ ਅਸੀਸਣੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਆਏ ਪ੍ਰਾਤ ਪੁਨ ਸਭਾ ਮਝਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।